ਅਲੀ ਬਈ ਅੱਜ ਕੱਲ ਹਰ ਕਿਸਾਨਦਾਰ ਪਰੇਸ਼ਾਨ ਹੈ ਸਮੋਗ ਦੀ ਵਜ੍ਹਾ ਤੋਂ। ਸਮੋਗ ਦਾ ਆਲੂਆਂ ਤੇ ਕੀ ਅਸਰ ਪੈ ਰਿਹਾ ਅੱਜ ਕੱਲ? ਜੀ ਬਹੁਤ ਸ਼ੁਕਰੀਆ ਸ਼ਹਜ਼ਾਦ ਭਾਈ। ਆਲੂਆਂ ਦੀ ਜਿਹੜੀ ਫਸਲ ਹੈ ਜੀ, ਇਹ ਬਾਕੀ ਤਮਾਮ ਫਸਲਾਂ ਤੋਂ ਬਿਲਕੁਲ ਹਟ ਕੇ ਫਸਲ ਹੈ। ਹੂੰ। ਆਲੂ ਲਗਾਉਣ ਤੋਂ ਲੱਗ ਕੇ ਆਲੂ ਨੂੰ ਪੱਟਣ ਤਾਈਂ ਤੇ ਕਮ ਸੇ ਕਮ ਜਿਹੜਾ 1500 ਤੋਂ 2000 ਹੀਟ ਯੂਨਿਟ ਹੈ, ਹੂੰ। ਇਹ ਆਲੂਆਂ ਨੂੰ ਦਰਕਾਰ ਹੈ। ਅਗਰ ਇਹ ਹੀਟ ਯੂਨਿਟ ਜਿਹੜਾ ਹੈ ਟਾਈਮ ਸਿਰ ਪੌਦੇ ਨੂੰ ਨਹੀਂ ਮਿਲਦਾ ਹੂੰ। ਤੇ ਪੌਦਾ ਜਿਹੜਾ ਹੈ ਉਹ ਖੁਰਾਕ ਵੀ ਰੋਕ ਲਏਗਾ, ਉਹਦਾ ਖੁਰਾਕ ਨਹੀਂ ਬਣੇਗੀ। ਜਿਹੜੇ ਟਿਊਬਰ ਨਹੀਂ ਬਣਨਗੇ। ਉਸ ਤੋਂ ਹਟ ਕੇ ਜਿਹੜਾ ਪੱਤਾ ਹੈ ਉਹ ਬਿਲਕੁਲ ਛੋਟੇ ਛੋਟੇ ਪੱਤੇ ਰਹਿ ਜਾਣਗੇ। ਕੋਈ ਪੱਤਾ ਜਿਹੜਾ ਹੈ ਸਾਡਾ ਸਿਹਤਮੰਦ ਪੱਤਾ ਨਹੀਂ ਬਣੇਗਾ। ਉਸ ਤੋਂ ਹਟ ਕੇ ਜਿਹੜੀਆਂ ਜੜ੍ਹਾਂ ਨੇ ਉਹ ਨਹੀਂ ਪੂਰੀਆਂ ਬਣਨਗੀਆਂ ਔਰ ਜੜ੍ਹਾਂ ਦਾ ਜਿਹੜਾ ਫੈਲਾਓ ਹੈ ਉਹ ਨਹੀਂ ਬਣੇਗਾ। ਅਗਰ ਇਹ ਟੋਟਲ ਪ੍ਰੋਸੈਸ ਨਹੀਂ ਹੁੰਦਾ, ਸਾਡੇ ਟਿਊਬਰਸ ਨਹੀਂ ਬਣਦੇ, ਜੜ੍ਹਾਂ ਨਹੀਂ ਬਣਦੀਆਂ, ਪੱਤੇ ਜਿਹੜੇ ਨੇ ਉਹ ਆਪਦੀ ਰੰਗਤ ਵਿੱਚ ਨਹੀਂ ਆਉਂਦੇ, ਇਹਦਾ ਹੱਲ ਕੀ? ਇਹਦਾ ਐਂਡ ਤੇ ਅਲਟੀਮੇਟ ਇਹਦਾ ਨੁਕਸਾਨ ਕੀ ਹੋਏਗਾ? ਨੁਕਸਾਨ ਇਹ ਹੋਏਗਾ ਕਿ ਸਾਡੇ ਜਿਹੜਾ ਪੌਦਾ ਹੈ ਉਹ ਬਿਲਕੁਲ ਜਿਹੜੀ ਹੈ ਆਪਦੀ ਜ਼ਿੰਦਗੀ ਜਿਹੜਾ ਹੈ ਉਹ ਰੋਕ ਲਏਗਾ। ਉਹ ਜ਼ਿੰਦਗੀ ਕੀ ਜਿਹੜੀਆਂ ਉਹਨੂੰ ਚੀਜ਼ਾਂ ਦਰਕਾਰ ਨੇ, ਜਦੋਂ ਉਹ ਨਹੀਂ ਮਿਲਣੀਆਂ ਤਾਂ ਫਿਰ ਉਹਦਾ ਜਿਹੜਾ ਜ਼ਿੰਦਗੀ ਦਾ ਪ੍ਰੋਸੈਸ ਹੈ ਉਹ ਬਿਲਕੁਲ ਖ਼ਤਮ ਹੋ ਜਾਣਾ ਉਹਦਾ। ਫਿਰ ਇਹ ਹਾਂ ਇੱਕ ਚੀਜ਼ ਦਾ ਮੈਂ ਐਡੀਸ਼ਨ ਕਰਾਂਗਾ ਕਿ ਆਲੂਆਂ ਦੀ ਵੈਰਾਈਟੀ ਤੋਂ ਵੈਰਾਈਟੀ ਜਿਹੜਾ ਹੈ ਇਹ ਡਿਫਰੈਂਟ ਹੈ, ਲੇਕਿਨ ਜ਼ਿਆਦਾਤਰ ਅਕਸਰੀਅਤ ਜਿਹੜੀਆਂ ਨੇ ਵੈਰਾਈਟੀਆਂ ਉਹਨਾਂ 'ਚ ਇਹ ਹੈ ਕਿ ਅਗਰ ਖੁਰਾਕ ਉਹਨੂੰ ਟਾਈਮ ਸਿਰ ਨਹੀਂ ਮਿਲਦੀ, ਉਹਨੂੰ ਆਪਣੇ ਸੂਰਜ ਦੀ ਰੋਸ਼ਨੀ ਨਹੀਂ ਮਿਲਦੀ, ਉਹਦਾ ਫਿਰ ਇਹ ਖੁਰਾਕ ਬਣਨ ਦਾ ਅਮਲ ਵੀ ਰੁਕ ਜਾਏਗਾ। ਟਿਊਬਰਸ ਨਹੀਂ ਬਣਨਗੇ, ਪੱਤੇ ਨਹੀਂ ਬਣਨਗੇ ਔਰ ਪੱਤੇ ਜਿਹੜੇ ਨੇ ਹਰੇ ਭਰੇ ਸਾਨੂੰ ਨਜ਼ਰ ਨਹੀਂ ਆਉਣਗੇ ਜੀ। ਉਹ ਫਿਰ ਉਹਦਾ ਜਿਹੜਾ ਪੂਰਾ ਜ਼ਿੰਦਗੀ ਦਾ ਇੱਕ ਪ੍ਰੋਸੈਸ ਹੈ ਉਹ ਰੁਕ ਜਾਏਗਾ ਜੀ ਬਹੁਤ ਜ਼ਬਰਦਸਤ। ਅੱਛਾ ਅਲੀ ਬਈ ਇਹਦਾ ਆਲੂ ਦੀ ਫਸਲ ਤੇ ਨੁਕਸਾਨ ਕੀ ਹੈ? ਕਿਉਂਕਿ ਹਰ ਬਈ ਕਿਸਾਨਦਾਰ ਪਰੇਸ਼ਾਨ ਹੈ ਇਸ ਵਜ੍ਹਾ ਤੋਂ। ਹਾਂਜੀ, ਕਿਉਂਕਿ ਪਿਛਲੇ 10 ਤੋਂ 15 ਦਿਨ ਹੋ ਗਏ ਨੇ ਕੋਈ ਜਿਹੜਾ ਹੈ ਆਪਣਾ ਕਿ ਨਾ ਸੂਰਜ ਨਹੀਂ ਨਿਕਲਿਆ। ਔਰ ਅਗਰ ਸੂਰਜ ਨਿਕਲਦਾ ਹੈ ਤੇ ਉਹ ਕਾਰਬਨ ਡਾਈਆਕਸਾਈਡ ਜਿਹੜਾ ਉਹ ਖਾਰਿਜ ਕਰੇਗਾ ਔਰ ਫੋਟੋਸਿੰਥੈਸਿਸ ਉਹਨੂੰ ਹਾਸਿਲ ਕਰਕੇ ਤੇ ਆਪ ਦੀ ਜਿਹੜੀ ਜ਼ਿੰਦਗੀ ਹੈ ਉਹਦੀ ਨਸ਼ੋ ਨੁਮਾ ਪਾਏਗਾ। ਕਿਉਂਕਿ ਇਹ ਪਿਛਲੇ ਦਿਨ ਕਾਫੀ ਦਿਨ ਹੋ ਗਏ ਨੇ ਸਮੋਕ ਦੀ ਵਜ੍ਹਾ ਤੋਂ ਆਪਣਾ ਆਲੂ ਜਿਹੜੇ ਨੇ ਉਹ ਇਹ ਆਲੂ ਦਾ ਪੌਦਾ ਜਿਹੜਾ ਹੈ ਉਹ ਫੋਟੋਸਿੰਥੈਸਿਸ ਦੇ ਕਾਰਬਨ ਡਾਈਆਕਸਾਈਡ ਨਹੀਂ ਹਾਸਿਲ ਕਰ ਸਕਿਆ, ਜਿਹਦੀ ਵਜ੍ਹਾ ਤੋਂ ਉਹ ਕਮਜ਼ੋਰ ਪੌਦੇ ਖੜੇ ਨੇ ਜੀ। ਉਹਦਾ ਨੁਕਸਾਨ ਇਹ ਹੈ ਕਿ ਜਦੋਂ ਸਾਡਾ ਪੱਤਾ ਜਿਹੜਾ ਹੈ ਇਹ ਅਸਲ ਪੌਦੇ ਦੀ ਜਿਹੜਾ ਜ਼ਿੰਦਗੀ ਦਾ ਮੇਨ ਜੁਜ਼ਵ ਹੈ, ਅਗਰ ਪੱਤਾ ਨਹੀਂ ਖੁਸ਼ਹਾਲ ਤੇ ਫਿਰ ਉਹਦੀ ਉਹ ਖੁਰਾਕ ਜਾਂ ਉਹਦਾ ਵਜ਼ਨ ਦਾਣੇ ਦਾ ਜਾਂ ਉਹ ਪੱਤੇ ਦਾ ਜਿਹੜਾ ਆਪਣਾ ਰੰਗਤ ਹੈ ਉਹ ਕਿਸ ਤਰ੍ਹਾਂ ਬਣੇਗੀ। ਤੁਸੀਂ ਹੁਣ ਇਹਦਾ ਕੋਈ ਹੱਲ ਵੀ ਦੱਸੋ ਨਾ ਕਿ ਇਹਦਾ ਹੱਲ ਕੀ ਹੋ ਸਕਦਾ ਹੈ ਤਾਂ ਕਿ ਸਮੋਗ ਤੋਂ ਸਾਡੀ ਫਸਲ ਜਿਹੜੀ ਹੈ ਮਹਿਫੂਜ਼ ਰਵੇ। ਸਾਡੇ ਆਲੂ ਦੀ ਫਸਲ ਜਿਹੜੀ ਹੈ, ਸਾਡੇ ਕੋਲ ਇੱਕ ਹੀ ਤਾਂ ਫਸਲ ਰਹਿ ਗਈ ਹੈ, ਜੀ ਉਹਨੂੰ ਅਸੀਂ ਕਿਸ ਤਰ੍ਹਾਂ ਬਿਹਤਰ ਕਰ ਸਕਦੇ ਹਾਂ? ਸਾਨੂੰ ਕੋਈ ਇਹਦਾ ਹੱਲ ਵੀ ਦੱਸੋ ਨਾ। ਜੀ, ਅੱਛੇ ਜਿਹੜੇ ਫਾਰਮਰ ਨੇ ਜੀ ਉਹਨਾਂ ਦਾ ਆਖਰੀ ਜਿਹੜੀ ਉਮੀਦ ਹੈ ਉਹ ਆਲੂ ਨੇ। ਆਲੂਆਂ ਤੋਂ ਬਾਅਦ ਤਕਰੀਬਨ ਜਿਹੜਾ ਜ਼ਿਮੀਦਾਰ ਕਿ ਅਗਰ ਆਲੂ ਅੱਛੀ ਪੈਦਾਵਾਰ ਨਹੀਂ ਦਿੰਦੇ ਤੇ ਉਹ ਟੁੱਟ ਜਾ ਸਨ। ਅਸੀਂ ਹੁਣ ਮੈਂ ਅੱਜ ਸਵੇਰ ਅਰਲੀ ਮਾਰਨਿੰਗ ਜੀ ਅਸੀਂ ਇੱਕ ਪਲਾਟ ਵਿਜ਼ਿਟ ਕੀਤਾ। ਸਾਡੇ ਇੱਕ ਅੱਛੇ ਫਾਰਮਰ ਨੇ, ਉਹਨਾਂ ਦਾ ਤਕਰੀਬਨ 40 ਏਕੜ ਦਾ ਪਲਾਟ ਹੈ। ਅਸੀਂ ਵਿਜ਼ਿਟ ਕੀਤਾ ਤੇ ਸਾਨੂੰ ਦੂਰੋਂ ਜਦੋਂ ਅਸੀਂ ਉਤਰੇ ਹਾਂ ਸਾਨੂੰ ਨਜ਼ਰ ਆਇਆ ਕਿ ਇਹ ਆਲੂਆਂ ਦਾ ਪਲਾਟ ਹੀ ਨਹੀਂ। ਸਾਨੂੰ ਜ਼ਿਹਨ 'ਚ ਇਸ ਤਰ੍ਹਾਂ ਲੱਗਾ ਕਿ ਆਲੂਆਂ ਦਾ ਪਲਾਟ ਹੀ ਨਹੀਂ, ਉਹ ਬਿਲਕੁਲ ਇਵੇਂ ਗੰਦਲਾਂ ਜੀਆਂ ਖੜੀਆਂ ਨੇ, ਸਿਰਫ ਪੱਤਾ ਨਾਲ ਹੈ ਹੀ ਨਹੀਂ ਉਹਨਾਂ ਦੇ। ਅਗਰ ਹੈ ਤੇ ਬਿਲਕੁਲ ਛੋਟਾ ਛੋਟਾ ਪੱਤਾ, ਹਾਲਾਂਕਿ ਰੂਟੀਨ ਵਿੱਚ ਇਸ ਤਰ੍ਹਾਂ ਦੀ ਆਲੂਆਂ ਦੀ ਫਸਲ ਜਿਹੜੀ ਹੈ ਉਹ ਨਹੀਂ ਵੇਖਣ ਮਿਲਦੀ ਹੈ। ਬੜਾ ਹੈਰਾਨ ਕੋਨਾ ਸਾਡੇ ਵਾਸਤੇ। ਅੱਛਾ, ਇਹ ਜਦੋਂ ਸਮੋਗ ਜਿਹੜੀ ਪਾਉਂਦੀ ਹੈ ਉਹਦੀ ਵਜ੍ਹਾ ਤੋਂ ਕਾਫੀ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਪੈਦਾ ਹੋ ਸਕਦੀਆਂ ਨੇ। ਉਹਦੇ ਵਿੱਚ ਲੇਟ ਤੇ ਅਰਲੀ ਬਲਾਈਟ ਹੈ, ਅਗੇਤਾ ਪਿਛੇਤਾ ਜੁਲਸਾਓ ਅਸੀਂ ਉਹਨਾਂ ਨੂੰ ਆਉਂਦੇ ਹਾਂ ਜੀ। ਉਸ ਤੋਂ ਹਟ ਕੇ ਬਲੈਕ ਸਪੌਟ ਨੇ ਔਰ ਆਪਣਾ ਫੰਗਸ ਦੀ ਬਿਮਾਰੀਆਂ ਨੇ, ਅਦਰ ਡਿਜ਼ੀਜ਼ ਬਹੁਤ ਸਾਰੀਆਂ ਨੇ। ਇਹ ਕਾਫੀ ਸਾਰੀਆਂ ਬਿਮਾਰੀਆਂ ਪਾਉਂਦੀਆਂ ਨੇ। ਇਹਨਾਂ ਤੋਂ ਤੁਸੀਂ ਛੁਟਕਾਰਾ ਪੁੱਛਦੇ ਪਿਓ, ਇਹਨਾਂ ਤੋਂ ਛੁਟਕਾਰਾ ਸਾਡੇ ਕੋਲ ਮਾਰਕੀਟ ਵਿੱਚ ਹੀ ਕਾਫੀ ਸਾਰੇ ਟਾਈਟੋਨਿਕ ਜਿਹੜੇ ਨੇ ਉਹ ਅਵੇਲ ਨੇ। ਟਾਈਟੋਨਿਕ ਉਹਦੇ 'ਚ ਅਮਾਈਨੋ ਐਸਿਡ ਜਿਹੜੇ ਨੇ, ਅਸੀਂ ਅਮਾਈਨੋ ਐਸਿਡ ਦਾ ਸਪਰੇਅ ਕਰਨੇ ਆ ਔਰ ਜ਼ਿੰਕ ਦਾ ਉਹਨੂੰ ਸਪਰੇਅ ਕਰ ਲਈਏ ਤੇ ਉਹਦੇ ਕਾਫੀ ਕਦਰੇ ਜਿਹੜਾ ਉਹ ਪੌਦਾ ਸਾਡਾ ਤੰਦਰੁਸਤ ਜਿਹੜਾ ਉਹ ਨਜ਼ਰ ਆਵੇਗਾ। ਹੁਣ ਤੁਹਾਡਾ ਅਗਲਾ ਸਵਾਲ ਹੋਏਗਾ ਕਿ ਆਪਣਾ ਸਾਨੂੰ ਕਿਹੜਾ ਅਮਾਈਨੋ ਐਸਿਡ ਕਰਨਾ ਚਾਹੀਦਾ। ਸਾਡੇ ਕੋਲ ਮਲਟੀਨੈਸ਼ਨਲ ਕੰਪਨੀ ਬਾਇਰ ਆਪਣਾ ਇਹਨਾਂ ਦਾ ਅੰਬੀਸ਼ਨ ਦੇ ਰਹੀ ਹੈ ਅਮਾਈਨੋ ਐਸਿਡ। ਉਸ ਤੋਂ ਹਟ ਕੇ ਸਨਕ੍ਰੌਪ ਜਿਹੜੀ ਹੈ ਉਹ ਆਪਣਾ ਇਹ ਚੀਜ਼ ਦੇ ਰਹੀ ਹੈ। ਔਰ ਅਗਰ ਤੁਸੀਂ ਅਰਿਸਟਾ ਦੀ ਗੱਲ ਕਰਦੇ ਹੋ ਤਾਂ ਐਸਰੋਪ ਦੇ ਨਾਮ ਤੋਂ ਦੇ ਰਹੇ ਨੇ। ਅੱਛੇ ਅਮਾਈਨੋ ਐਸਿਡ ਨੇ, ਤੁਸੀਂ ਇਹ ਕਰੋ ਸਪਰੇਅ ਕਰਨਾ ਔਰ ਜ਼ਿੰਕ ਦਾ ਸਪਰੇਅ ਕਰ ਲਓ ਤੇ ਕਾਫੀ ਕਦਰੇ ਜਿਹੜਾ ਹੈ ਉਹ ਸਮੋਗ ਤੋਂ ਬਚਿਆ ਜਾ ਸਕਦਾ ਹੈ। ਇਸ ਤੋਂ ਹਟ ਕੇ ਅਗਰ ਕੋਈ ਤੁਸੀਂ ਫਰਟੀਲਾਈਜ਼ਰ ਖਾਦ ਦੀ ਡੋਜ਼ ਅਗਰ ਦੇਣੀ ਹੈ ਉਹਦੇ ਵਿੱਚ ਤੁਸੀਂ ਆਪਣਾ ਦੂਸਰਾ ਸਲਫਰ ਇਸਤੇਮਾਲ ਕਰ ਲਓ ਜਿਹੜਾ 80% ਹੈ। 80% ਸਲਫਰ ਇਸਤੇਮਾਲ ਕਰ ਲਓ ਜਾਂ ਫਿਰ
ਉਸ ਤੋਂ ਹਟ ਕੇ ਜਿਹੜਾ ਹੈ ਹਿਊਮਿਕ ਐਸਿਡ ਇਸਤੇਮਾਲ ਕਰ ਲਓ ਕਿਸੇ ਅੱਛੀ ਕੰਪਨੀ ਦਾ, ਤੇ ਕਾਫੀ ਕਦਰੇ ਜਿਹੜਾ ਹੈ ਉਹ ਅਸੀਂ ਇਸ ਬਿਮਾਰੀ ਤੋਂ, ਇਸ ਸਮੌਗ ਤੋਂ ਬਚ ਸਕਨੇ ਹਾਂ ਜੀ।